ये हैं डॉक्टर तहर मोहम्मद कंबो साहब, ऑर्गेनिक महर। ये कंपोस्ट बनाने का तरीका और इसके बाद राख बनाने का तरीका ये आगे वीडियो में आपको दिखाते हैं। राख बनाने का कैसे बनाना है, उसके क्या फ़ायदे हैं, और पोस्ट बना रहे हैं कंपोस्ट, ये भी आपको बताएंगे। बिस्मिल्लाहिर्रहमानिर्रहीम। एडवांस फार्मिंग टेक्निक की तरफ से तमाम दोस्तों को अस्सलाम वालेकुम। डॉक्टर तहर कंबो साहब, ऑर्गेनिक महर, वो आज बता रहे हैं आपको कंपोस्ट का तरीका और राख जिसको हम स्वाह बोलते हैं उसके क्या फ़वाद हैं, उसके बारे में वो गलबात करेंगे। रहमतुल्लाहि व बरकातहू। ਜ਼ਿਮੀਂਦਾਰ भाईओ, स्वाह के बारे दसना कि स्वाह तुहानू बहुत सारी दोस्तों यारां ने पुछया भी आ कि राख जिहड़ी है इहनूं राख भी कहंदे आ, स्वाह भी कहंदे आ, ऐश भी कहंदे आ। ਸ਼ੂਗਰ ਮਿੱਲਾਂ ਦੇ ਵਿੱਚੋਂ ਵੀ ਮਿਲਦੀ, ਬੋਇਲਰਾਂ 'ਚੋਂ ਵੀ ਮਿਲਦੀ ਆ, ਸ਼ੈਲਰਾਂ ਤੋਂ ਵੀ ਮਿਲਦੀ ਹੈ। ਸ਼ੈਲਰਾਂ ਨੇ ਵੀ ਜਿਨ੍ਹਾਂ ਨੇ ਬੋਇਲਰ ਲਾਏ ਆ ਉਹਨਾਂ ਨੇ ਹਰ ਜਗ੍ਹਾ ਤੋਂ ਉੱਤੋਂ ਇਹ ਤੁਹਾਨੂੰ ਆਸਾਨੀ ਨਾਲ ਮਿਲ ਸਕਦੀ ਹੈ। ਇਹ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਫ੍ਰੀ ਕਾਸਟ ਹੁੰਦੀ ਹੈ, ਇਹਦੀ ਕੀਮਤ ਕੋਈ ਨਹੀਂ ਹੁੰਦੀ। ਲਿਹਾਜ਼ਾ ਇਹਨੂੰ ਥੋੜ੍ਹਾ ਜਿੰਨਾ ਨਾ ਬਰਨਨ ਪੈਦਾ ਕਰਦੀ ਹੈ, ਜਾਣੀ ਕਿ ਸਾੜ ਪੈਦਾ ਕਰਦੀ ਹੈ। ਅਗਰ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਬਣਾ ਕੇ ਪਾਓਗੇ ਤਾਂ ਇਹਦੇ ਨਾਲੋਂ ਬੈਸਟ ਖਾਦ ਕਾਫੀ, ਜਾਣੀ ਕਿ ਬੈਸਟ ਖਾਦ ਇਹ ਬਣ ਸਕਦੀ ਹੈ ਤੁਹਾਡੀ। ਇਹਦੇ ਵਿੱਚ ਪਨੀਰੀਆਂ ਵੀ ਬੀਜੀਆਂ ਜਾ ਸਕਦੀਆਂ, ਜਿੱਦਾਂ ਕਿ ਹੁਣ ਅੱਗੇ ਪਨੀਰੀਆਂ, ਪਿਆਜ਼ ਦੀ ਪਨੀਰੀ ਵੀ ਲੋਕ ਬੀਜ ਸਕਦੇ ਆ, ਦੂਜੀਆਂ ਪਨੀਰੀਆਂ ਵੀ ਇਹਦੇ ਵਿੱਚ ਬੀਜੀਆਂ ਜਾ ਸਕਦੀਆਂ। ਲੇਕਿਨ ਇਹਨੂੰ ਪਹਿਲੇ ਬਾਇਓ ਕੰਪੋਸਟ ਦੇ ਵਿੱਚ ਕਰਨਾ ਪੈਣਾ। ਇਹਦੇ ਵਿੱਚ 20% ਗੋਬਰ ਪਾਓ ਔਰ ਪਾਣੀ ਦੇ ਵਿੱਚ ਡ੍ਰਿਪ ਕਰ ਦਿਓ ਅਤੇ ਬੜੀ ਆਸਾਨੀ ਦੇ ਨਾਲ ਇਹ 1 ਮਹੀਨਾ 1.5 ਮਹੀਨਾ ਇਹਨੂੰ ਢੱਕ ਛੱਡੋ ਅਤੇ ਇਹ ਬਣ ਜਾਏਗੀ। ਜਾਂ ਇਹਨੂੰ ਗਿੱਲਿਆਂ ਕਰ ਲਓ ਅਤੇ ਸਿਰਫ ਗੋਬਰ ਦੇ ਨਾਲ ਰਲਾ ਕੇ ਥੋੜ੍ਹਾ ਜਿਹਾ 20% ਗੋਬਰ ਰਲਾ ਕੇ ਕੋਈ ਵੀ ਐਸ਼ ਜਿਹੜੀ ਵੀ ਆ ਨਾ, ਇਹ ਮੁਖਤਲਿਫ ਹੁੰਦੀ ਹੈ। ਜਿੱਦਾਂ ਕਿ ਸ਼ੂਗਰ ਮਿੱਲਾਂ ਦੀ ਹੁੰਦੀ ਆ, ਐਸ਼ ਨਿਕਲਦੀ ਆ, ਉਹ ਬਗਾਸ ਤੋਂ ਕਰਦੇ ਆ, ਉਹਦਾ ਐਨਾਲਿਸਿਸ ਜਿਹੜਾ ਵਾ ਥੋੜ੍ਹਾ ਜਿਹਾ ਮੁਖਤਲਿਫ ਹੋਏਗਾ। ਜੇ ਐਸ਼ ਹੋਵੇਗੀ ਆ ਜਿਹੜੀ ਚੁੰਬੇ ਦੇ ਵਿੱਚ ਚਲਾਉਂਦੇ ਆ, ਇਹਦਾ ਥੋੜ੍ਹਾ ਜਿਹਾ ਉਹਦੇ ਨਾਲੋਂ ਮੁਖਤਲਿਫ ਹੋਏਗਾ। ਇਹ ਅੱਛੀ ਹੋਏਗੀ ਜਿਹੜੀ ਚੁੰਬੇ ਦੇ ਵਿੱਚ ਜਲਾਈ ਜਾਂਦੀ ਨਾ, ਜਿਹੜੀ ਆ ਗੁੜ ਬਣਾਉਣ ਲੱਗੇ ਬਣਾਈ ਜਾਂਦੀ ਆ, ਇਹ ਉਹਦੇ ਨਾਲੋਂ ਐਸ਼ ਅੱਛੀ ਹੋਏਗੀ ਕਿਉਂਕਿ ਇਹ ਪੂਰੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿ ਉਹ ਜਲਦੀ ਆ, ਇਸ ਤਰੀਕੇ ਦੇ ਨਾਲ ਇਹ ਨਹੀਂ ਜਲਦੀ। ਇਹ ਦੂਸਰਾ ਤਰੀਕਾਕਾਰ ਹੈ, ਇਹਨੂੰ ਆਕਸੀਜਨ ਕਾਫੀ ਮਿਲਦੀ, ਇਸ ਕਰਕੇ ਇਹ ਜ਼ਿਆਦਾ ਬਿਹਤਰ ਰਿਜ਼ਲਟ ਦੇਗੀ। ਅਗਰ ਜੇ ਤੁਸੀਂ ਉਹਨੂੰ ਸ਼ੂਗਰ ਮਿੱਲਾਂ ਤੋਂ ਹਟ ਕੇ ਦੂਸਰੇ ਬੋਇਲਰਾਂ ਨੂੰ ਇਸਤੇਮਾਲ ਕਰੋਗੇ, ਜਿਹਨਾਂ 'ਚ ਰਾਈਸ ਵਾਲੇ ਇਸਤੇਮਾਲ ਕੀਤੀ ਜਾਂਦੀ ਹੈ, ਉਹ ਜਿਹੜਾ ਰਾਈਸ ਵਾਲੇ ਇਸਤੇਮਾਲ ਕਰਦੇ ਨੇ ਉਹਦੇ ਵਿੱਚ ਪੋਟਾਸ਼ ਜ਼ਰਾ ਕਦਰੇ ਇਹਦੇ ਨਾਲ ਗੰਨੇ ਵਾਲੇ ਨਾਲੋਂ ਜ਼ਿਆਦਾ ਕਦਰੇ ਬਿਹਤਰ ਹੁੰਦੀ ਆ। ਲੇਕਿਨ ਇਹਦੇ ਨਾਲ ਬਿਲਕੁਲ 1 ਤੋਂ 1.5% ਤੱਕ ਹੁੰਦੀ ਆ, ਇਸ ਤੋਂ ਜ਼ਿਆਦਾ ਨਹੀਂ ਹੁੰਦੀ, ਲੇਕਿਨ ਥੋੜ੍ਹੀ ਹੁੰਦੀ ਆ। ਲੇਕਿਨ ਉਹਦੇ ਜਿਹੜਾ ਫਾਇਦਾ ਜ਼ਿਆਦਾ ਹੁੰਦਾ ਕਿਉਂਕਿ ਜਿੱਦਾਂ ਕਿ ਅੱਜ ਕੱਲ੍ਹ ਥੋਮ ਲੋਕਾਂ ਨੇ ਕਾਫੀ ਸਾਰਿਆਂ ਨੇ ਬੀਜਿਆ ਵਾ, ਗੱਲ ਉਹਦੇ ਵਾਸਤੇ ਥੋਮ ਵਾਸਤੇ ਬਹੁਤ ਬਿਹਤਰ ਆ। ਥੋਮ ਦੇ ਉੱਤੇ ਤਾਂ ਇਸੇ ਤਰੀਕੇ ਨਾਲ 20% ਦੇ ਵਿੱਚ ਗੋਬਰ ਮਿਲਾ ਕੇ ਅਤੇ ਤੁਸੀਂ ਇਹਦੇ ਉੱਤੇ ਪਾਈ ਜਾਓ, ਵਕਫੇ ਨਾਲ ਪਾਈ ਜਾਓ। 8-10 ਦਿਨਾਂ ਬਾਅਦ ਫਿਰ ਪਾ ਦਿਓ, 8-10 ਦਿਨਾਂ ਬਾਅਦ ਫਿਰ ਪਾ ਦਿਓ ਅਤੇ ਉਹਨੂੰ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ, ਉਹਨੂੰ ਕੋਈ ਖਾਦ ਹੋਰ ਪਾਉਣ ਦੀ ਜ਼ਰੂਰਤ ਨਹੀਂ। ਇਨਸ਼ਾ ਅੱਲਾਹ ਤਾਲਾ ਉਹਦੇ ਨਾਲ ਹੀ, ਕਿਉਂਕਿ ਉਹਦੀਆਂ ਥੋਮ ਦੀਆਂ ਜੜ੍ਹਾਂ ਜਿਹੜੀਆਂ ਨਾ ਬਿਲਕੁਲ ਉੱਪਰ ਹੁੰਦੀਆਂ, ਥੋਮ ਦੀਆਂ ਜੜ੍ਹਾਂ ਜ਼ਿਆਦੀਆਂ ਡੂੰਘੀਆਂ ਨਹੀਂ ਜਾਂਦੀਆਂ, ਇਸ ਕਰਕੇ ਉਹਨੂੰ ਉਤਲੇ ਮੈਟਰ ਉਹਨੂੰ ਸੈੱਟ ਕਰਨ ਵਾਸਤੇ ਬਹੁਤ ਅੱਛੀ ਚੀਜ਼ ਆ। ਔਰ ਦੂਸਰਾ ਨਮੀ ਬਰਕਰਾਰ ਰੱਖਦੇ, ਜਿੰਨੀ ਅੱਜ ਕੱਲ੍ਹ ਤਰੇਲ ਪੈਂਦੀ ਹੈ ਜਾਂ ਕੋਰਾ ਪੈਂਦਾ ਵਾ, ਉਹ ਸਾਰੇ ਨੂੰ ਆਪਣੇ ਅੰਦਰ ਜਜ਼ਬ ਕਰਕੇ ਅਤੇ ਪੌਦੇ ਨੂੰ ਇਹ ਖਾਦ ਦੇ ਤੌਰ ਦੇ ਉੱਤੇ ਮੁਹੱਈਆ ਕਰੇਗੀ। ਅਤੇ ਅਗਰ ਜੇ ਖੁਦਾ ਨੇ ਖਾਸਤਾ ਕੋਈ ਬਾਰਿਸ਼ਾਂ ਤੇਜ਼ ਪੈ ਜਾਂਦੀਆਂ ਤਾਂ ਤਦ ਵੀ ਇਹ ਆਪਣਾ ਜਿਹੜਾ ਪਾਣੀ ਵਿੱਚ ਖੜਾ ਨਹੀਂ ਹੋਣ ਦੇਗੀ, ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲਏਗੀ। ਕਿਉਂਕਿ ਜਦੋਂ ਪਾਣੀ ਵੱਤਰ ਹੀ ਹੋਵੇ ਨਾ ਤਾਂ ਪੌਦਾ ਹਮੇਸ਼ਾ ਉਦੋਂ ਹੀ ਪਾਣੀ ਲੈਂਦਾ। ਜਦੋਂ ਪਾਣੀ ਖੜਾ ਰਹੇਗਾ ਤਾਂ ਫਿਰ ਪੌਦਾ ਜਿਹੜਾ ਨਾ ਪਾਣੀ ਨਹੀਂ ਲੈਂਦਾ। ਇਸ ਕਰਕੇ ਪਾਣੀ ਵੀ ਜਿਹੜਾ ਨਾ ਹਿਸਾਬ ਕਿਤਾਬ ਦਾ ਲਾਉਣਾ ਚਾਹੀਦਾ, ਜ਼ਿਆਦਾ ਪਾਣੀ ਵੀ ਨਹੀਂ ਲਾਉਣਾ ਚਾਹੀਦਾ। रहीम, सब तारीफ़ें अल्लाह के लिए जो बड़ा मेहरबान और नहायत रहम करने वाला है। ज़िम्मेदार भाइयों, ये मैं बायो खाद, बायो कंपोस्ट बनाने के तरीक़ेकार तुहानू दसन लगा वां। बिल्कुल आसान और इहदे च बिल्कुल आसानी है। मैं कुछ चीज़ां तुहानू वैसे भी सेंड कर रहा और मज़ीद मालूमात वास्ते मेरे टैलीफोन नंबरों के उत्ते मेरा टैलीफोन करके भी पता किया जा सकता। और गोबर सब तो पहले गोबर जिहड़ा 20% ये लाजमी आ। अगर गोबर ही तुहाडे कोल किसानां कोल ज़्यादा तो फिर गोबर तो ही खाद बना लैण, वो ज़्यादा बेहतर आ। प्रैस मड भी इस्तेमाल की जा सकती है। वैसे जिहड़े शूगर मिल्लां च बनाने आ, मैं उहदा तुहानूं दस दिना, गोबर 20%, प्रैस मड जिहड़ी आ 60%।
ਤੇ ਮੁਰਗੀਖਾਨੇ ਦੀ ਰੂੜੀ ਜਿਹੜੀ ਆ ਉਹ ਅਸੀਂ ਇਸਤੇਮਾਲ ਨਹੀਂ ਕਰਦੇ। ਲਿਹਾਜ਼ਾ ਜੇ ਜ਼ਿਮੀਂਦਾਰਾਂ ਨੂੰ ਮੁਰਗੀਖਾਨੇ ਦੀ ਰੂੜੀ ਮਿਲ ਸਕਦੀ ਤੇ ਫਿਰ 20% ਮੁਰਗੀਖਾਨੇ ਦੀ ਰੂੜੀ ਇਸਤੇਮਾਲ ਕਰ ਲੈਣ ਤੇ ਜ਼ਿਆਦਾ ਗੋਬਰ ਪਾ ਕੇ ਇਸਤੇਮਾਲ ਕਰ ਲੈਣ। ਅਗਰ ਫਾਸਫੋਰਸ ਵਧਾਉਣੀ ਹੈ ਤੇ ਫਿਰ ਰਾਕ ਫਾਸਫੇਟ ਇਸਤੇਮਾਲ ਕੀਤੀ ਜਾ ਸਕਦੀ ਆ। ਰਾਬ ਔਰ ਸੀਰਾ ਜਿਹੜਾ ਵਾ ਤਕਰੀਬਨ 100 ਕਿਲੋ ਨੂੰ 1 ਕਿਲੋ ਤੋਂ ਲੱਗ ਕੇ ਤੇ 5 ਕਿਲੋ ਤੱਕ ਸੀਰਾ ਲੱਗ ਸਕਦਾ, ਜਿਹੜਾ ਸ਼ੂਗਰ ਮਿੱਲਾਂ ਦੇ ਵਿੱਚੋਂ ਮਿਲਦਾ। ਜਾਂ ਵੇਲਣਿਆਂ ਦੇ ਉੱਤੇ ਵੀ ਅੱਜ ਕੱਲ੍ਹ ਵੇਲਣਿਆਂ ਦੇ ਉੱਤੇ ਲੋਕ ਕੱਢਦੇ ਪਏ ਆ, ਉਹ ਵੀ ਇਸਤੇਮਾਲ ਹੋ ਸਕਦਾ। ਬਾਇਓ ਆਬ ਯਾਨੀ ਕਿ ਬੈਕਟੀਰੀਆ ਜਿਹੜਾ 8 ਕਿਸਮ ਦਾ ਬੈਕਟੀਰੀਆ ਜਿਹੜਾ ਉਹ 250 ml ਯਾਨੀ ਕਿ ਪਾਈਆ ਇੱਕ ਪਾਈਆ ਜਿਹੜਾ ਨਾ 100 ਕਿਲੋ ਨੂੰ ਲੱਗ ਸਕਦਾ ਵਾ ਸੀਰੇ ਦੇ ਨਾਲ ਮਿਕਸ ਕਰਕੇ ਕੁਛ ਦੇਰ ਵਾਸਤੇ ਰੱਖ ਕੇ। ਅਗਰ ਤੁਸੀਂ ਇਹਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੁੰਦੇ, ਜ਼ਿਆਦਾ ਬਿਹਤਰ ਕਰਨਾ ਚਾਹੁੰਦੇ ਜੇ, ਫਿਰ ਇਹਦੇ ਵਿੱਚ ਜ਼ਿੰਕ ਵੀ ਪਾਓ, ਕਾਪਰ, ਮੈਗਨੀਸ਼ੀਅਮ, ਮੈਂਗਾਨੀਜ਼, ਫੈਰਸ ਸਲਫੇਟ, ਅਮੋਨੀਅਮ ਸਲਫੇਟ, ਬੋਰਿਕ ਐਸਿਡ ਔਰ ਪੋਟਾਸ਼ੀਅਮ ਸਲਫੇਟ। ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਮਿਕਦਾਰ ਦੇ ਵਿੱਚ ਗ੍ਰਾਮਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹ ਹੋਣਗੀਆਂ। ਤਕਰੀਬਨ ਇੱਕ ਜਿਹੜਾ 100 ਕਿਲੋ ਦਾ ਹੋਣਾ ਨਾ, 100 ਕਿਲੋ ਦੇ ਵਿੱਚ 100 ਰੁਪਏ ਦੀਆਂ ਇਹ ਚੀਜ਼ਾਂ ਪੈਣਗੀਆਂ ਜੇ ਤੁਸੀਂ ਇਹਨੂੰ ਬਹੁਤ ਹੀ ਅੱਛੀ ਖਾਦ ਬਣਾਓਗੇ। ਉਹਦੇ ਵਾਸਤੇ ਫਿਰ ਇਹ ਹੋਏਗਾ ਕਿ ਤੁਸੀਂ ਦੂਜੀਆਂ ਖਾਦਾਂ ਕੋਈ ਇਸਤੇਮਾਲ ਨਹੀਂ ਕਰੋਗੇ। ਅਤੇ ਇਹ ਮੈਂ ਲਿਸਟ ਜਿਹੜੀ ਆ ਵੈਸੇ ਵੀ ਦੇ ਰਿਹਾ ਵਾਂ। ਜਿਹੜੀ ਸ਼ੂਗਰ ਮਿੱਲਾਂ ਦੀ ਲਿਸਟ ਹੋਏਗੀ ਮੈਂ ਉਹ ਵੀ ਉੱਤੇ ਜਿਹੜੀ ਆ ਕਰ ਦੇਵਾਂਗਾ। ਅਤੇ ਅਗਰ ਮਜ਼ੀਦ ਕਿਸੇ ਨੇ ਪੁੱਛਣਾ ਤਾਂ ਇਹ ਪੁੱਛ ਸਕਦਾ। ਗੋਬਰ ਤੋਂ ਅੱਛੀ ਖਾਦ ਕੋਈ ਨਹੀਂ ਬਣਦੀ। ਗੋਬਰ ਦੇ ਨਾਲ ਸਭ ਤੋਂ ਅੱਛੀ ਖਾਦ ਗੋਬਰ ਨਾਲ ਬਣਦੀ ਹੈ। ਗੋਬਰ ਤੋਂ ਇਲਾਵਾ ਬਾਇਓ ਕੰਪੋਸਟ ਬਣਾਉਣ ਵਾਸਤੇ ਕਿਸੇ ਚੀਜ਼ ਦਾ ਤੋਂ ਵੀ ਕੋਈ ਵੀ ਚੀਜ਼ ਤੁਸੀਂ ਇਸਤੇਮਾਲ ਕਰਨੀ ਆ, ਕੋਈ ਵੀ ਦੁਨੀਆ ਜਹਾਨ ਦੀ ਕੋਈ ਵੇਸਟ ਇਸਤੇਮਾਲ ਕਰਨੀ ਆ ਜਾਂ ਸਬਜ਼ ਮੰਡੀ ਦੀ ਵੇਸਟ ਇਸਤੇਮਾਲ ਕਰਨੀ ਹੈ, ਤਦ ਵੀ ਉਹਦੇ ਨਾਲ ਤੁਹਾਨੂੰ ਥੋੜ੍ਹਾ ਬਹੁਤਾ ਗੋਬਰ ਇਸਤੇਮਾਲ ਕਰਨਾ ਪੈਣਾ। ਜੇ ਸਬਜ਼ ਮੰਡੀ ਦੀ ਵੇਸਟ ਮਿਲ ਜਾਵੇ ਜਾਂ ਛਿਲਕੇ ਮਿਲ ਜਾਣ ਕਿਸੇ ਚੀਜ਼ ਦੇ, ਜਿੱਦਾਂ ਕਿ ਜ਼ਿਮੀਂਦਾਰਾਂ ਕੋਲ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹਨੂੰ ਵੀ ਯੂਜ਼ ਕੀਤਾ ਜਾ ਸਕਦਾ। ਅਤੇ ਪ੍ਰੈਸ ਮੱਡ ਅਤੇ ਸ਼ੂਗਰ ਮਿੱਲਾਂ ਦੇ ਵਿੱਚ ਇਸ ਕਰਕੇ ਬਣਾਈ ਦੀ ਹੈ ਕਿ ਪ੍ਰੈਸ ਮੱਡ ਤੋਂ ਜ਼ਿਆਦਾ ਕੰਮ ਲਿਆ ਜਾਂਦਾ, ਕਿਉਂਕਿ ਉਹ ਮੱਡ ਦੀ ਹੁੰਦੀ ਆ, ਗੰਨੇ ਦੀ ਵੇਸਟ ਹੀ ਹੁੰਦੀ ਆ। ਅਤੇ ਜੇ ਅਗਰ ਇਸ ਤੋਂ ਵੀ ਕੋਈ ਸਸਤੀ ਕੋਈ ਜ਼ਿਮੀਂਦਾਰ ਬਣਵਾਉਣਾ ਚਾਹੁੰਦਾ ਜਾਂ ਕਰਨਾ ਚਾਹੁੰਦਾ ਤਾਂ ਫਿਰ ਉਹ ਮੇਰੇ ਨਾਲ ਮਸ਼ਵਰਾ ਕਰ ਲਵੇ। ਅਸਲਾਮ ਅਲੈਕੁਮ। ਪਾਕਿਸਤਾਨ ਜ਼ਿੰਦਾਬਾਦ।